ਪਿਆਰੋ, ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਰਬਾਰ ਸਜਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਆਖਿਆ, ਅਜਬ ਸਿੰਘ ਪਿਆਸ ਲੱਗੀ ਆ, ਪਾਣੀ ਦਾ ਠੰਡਾ ਪਾਣੀ ਜਿਹੜਾ ਲੈ ਕੇ ਪਿਆ ਸਾਨੂੰ। ਅਜਬ ਸਿੰਘ ਪਿਆਰੇ ਗੁਰੂ ਸਾਹਿਬ ਜੀ ਦਾ ਕਹਿੰਦੇ ਗੜਵਈ ਸੀ। ਜਦੋਂ ਮਹਾਰਾਜ ਨੂੰ ਕਿਤੇ ਪਿਆਸ ਲੱਗਣੀ, ਜਲ ਦੀ ਸੇਵਾ ਕਰਦਾ ਹੁੰਦਾ ਸੀ। ਮਹਾਰਾਜ ਨੇ ਆਵਾਜ਼ ਲਾਈ, ਅਜਬ ਸਿੰਘ ਜਲ ਪਿਆ, ਪਿਆਸ ਲੱਗੀ ਹੈ। ਪਿਆਰਿਓ, ਹੁਣ ਅਜਬ ਸਿੰਘ ਉੱਥੇ ਹੈ ਨਹੀਂ ਸੀ, ਥੋੜ੍ਹਾ ਇੱਧਰ ਕਿਤੇ ਕੰਮ ਗਿਆ ਸੀ, ਜਿਹਦੇ ਕਰਕੇ ਉਹ ਉੱਠ ਨਹੀਂ, ਜਦੋਂ ਹੈ ਹੀ ਨਹੀਂ ਤੇ ਉੱਠਣਾ ਕਹਿੰਦੇ ਸੀ। ਪਰ ਇੱਕ ਪਿਆਰਿਓ ਬੜਾ ਸੋਹਣਾ ਦਿਸਦਾ ਸੀ ਸਰੀਰ ਉਹਦਾ, ਚੰਗਾ ਨੌਜਵਾਨ ਜਿਹੜਾ ਸਿੱਖ ਜਿਹੜਾ ਉੱਠਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗਾ, ਹੱਥ ਜੋੜ ਕੇ ਕਹਿੰਦਾ, ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਜਲ ਲੈ ਆਵਾਂ। ਗੁਰੂ ਜੀ ਕਹਿਣ ਲੱਗੇ, ਸਿੱਖਾ ਲਿਆ, ਠੰਡਾ ਜਲ ਲਿਆਈ, ਪੀਣਾ ਆ, ਪਿਆਸ ਬੜੀ ਲੱਗੀ। ਕਹਿੰਦੇ ਨੇ ਗਿਆ, ਜਾ ਕੇ ਪਿਆਰਿਓ ਪਾਣੀ ਲੈ ਕੇ ਆਇਆ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾ ਇੱਦਾਂ ਸਾਹਮਣੇ ਅੱਗੇ ਕੀਤਾ, ਗੁਰੂ ਸਾਹਿਬ ਨੇ ਉਹ ਪਾਣੀ ਤੇ ਫੜ ਲਿਆ, ਜਲ ਜਿਹੜਾ ਸੀ, ਉਹ ਗਲਾਸ ਜਿਹੜਾ ਹੈ ਪਾਣੀ ਦਾ ਭਰਿਆ, ਉਹ ਤੇ ਮਹਾਰਾਜ ਨੇ ਫੜ ਲਿਆ। ਪਰ ਗੁਰੂ ਸਾਹਿਬ ਦੇ ਨਿਗਾਹ ਗਈ, ਮਹਾਰਾਜ ਦੇ ਨੇਤਰ ਦੇ, ਮਹਾਰਾਜ ਨੇ ਵੇਖਿਆ ਜਦੋਂ ਇਹਦਾ ਹੱਥ, ਛੋਟੇ ਜਿਹੇ ਹੱਥ, ਬੜੇ ਕੋਮਲ ਤੇ ਬੜੀਆਂ ਕੂਲੀਆਂ ਉਂਗਲਾਂ ਇਹਦੀਆਂ ਹੱਥਾਂ ਦੀਆਂ, ਇੰਨਾ ਕੋਮਲ ਹੱਥ, ਚਿੱਟਾ ਸਾਫ ਦੁੱਧ ਵਰਗਾ ਹੱਥ ਆ। ਮਹਾਰਾਜ ਕਹਿਣ ਲੱਗੇ, ਸਿੱਖਾ ਹੱਥ ਬੜਾ ਤੇਰਾ ਸਾਫ ਆ। ਇਹ ਪਿਆਰਿਓ ਜ਼ਿਆਦਾਤਰ ਨਾ ਚਿੱਟੇ ਸਾਫ ਵਸਤਰ ਪਾ ਕੇ ਰੱਖਦਾ ਸੀ, ਬੜਾ ਸਾਜ ਢੱਜ ਕੇ ਰਹਿੰਦਾ ਸੀ ਹਮੇਸ਼ਾ ਹੀ। ਜਿਵੇਂ ਭਾਈ ਵੀਰ ਸਿੰਘ ਜੀ ਲਿਖਦੇ, ਕਹਿੰਦੇ ਬੜਾ ਆਪਣਾ ਨੂੰ ਸਾਫ ਸੁਥਰਾ ਰੱਖਦਾ ਸੀ, ਸੰਗਤ ਵਿੱਚ ਜਦੋਂ ਵਿਚਰਦਾ ਸੀ। ਤੇ ਮਹਾਰਾਜ ਨੇ ਆਖਿਆ, ਬੜੇ ਸਾਫ, ਇੰਨੇ ਕੋਮਲ ਹੱਥ, ਇਹ ਕਿਵੇਂ? ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮਾਇਆ ਬੜੀ ਆ ਸਾਡੇ ਕੋਲ ਤੇ ਕਦੇ ਕੋਈ ਕੰਮ ਕਾਜ ਨਹੀਂ ਕਰਨਾ ਪੈਂਦਾ। ਮਹਾਰਾਜ ਇਹਨਾਂ ਹੱਥਾਂ ਦੇ ਨਾਲ ਕਦੇ ਕੋਈ ਕੰਮ ਨਹੀਂ ਕੀਤਾ, ਕਦੇ ਕਿਸੇ ਨੂੰ ਪਾਣੀ ਨਹੀਂ ਪਿਆਇਆ, ਕੁਝ ਨਹੀਂ ਕਰਨਾ ਪੈਂਦਾ। ਅੱਜ ਪਹਿਲੀ ਵਾਰੀ ਪਾਤਸ਼ਾਹ ਜੀ ਆ ਮੈਂ ਕੰਮ ਕੀਤਾ ਵੀ ਜਿਹੜਾ ਪਾਣੀ ਲਿਆਇਆ ਤੁਹਾਡੇ ਵਾਸਤੇ। ਪਰ ਪਾਤਸ਼ਾਹ ਜਦੋਂ ਮੈਂ ਪਾਣੀ ਲਿਆਇਆ, ਇਹ ਵੀ ਮੈਂ ਧੋ ਕੇ ਲਿਆਇਆ, ਚੰਗੀ ਤਰ੍ਹਾਂ ਹੱਥਾਂ ਨੂੰ ਧੋਤਾ ਆ, ਫਿਰ ਪਾਣੀ ਲਿਆਇਆ। ਜਦੋਂ ਇਹਨੇ ਇਹ ਗੱਲ ਆਖੀ ਨਾ, ਮਹਾਰਾਜ ਮੈਂ ਕੋਈ ਕੰਮ ਨਹੀਂ ਕਰਦਾ, ਵਿਹਲਾ ਰਹਿੰਦਾ ਵਾ, ਇਸ ਕਰਕੇ ਹੱਥਾਂ ਨਾਲ ਕੋਈ ਕੰਮ ਨਹੀਂ ਕਰਦਾ, ਹੱਥ ਤਾਂ ਸਾਫ ਨੇ। ਗੁਰੂ ਸਾਹਿਬ ਨੇ ਉਸ ਜਲ ਵੱਲ ਵੇਖਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਲ ਵੱਲ ਵੇਖਦੇ ਆ ਤੇ ਇਹ ਸਿੱਖ ਕਹਿਣ ਲੱਗਾ, ਪਾਤਸ਼ਾਹ ਛਕ ਲਓ, ਇਹ ਜਲ ਵਿੱਚ ਕੁਝ ਨਹੀਂ ਹੈਗਾ, ਸਾਫ ਆ, ਪੂਰੀ ਤਰ੍ਹਾਂ ਪਵਿੱਤਰ ਆ। ਮਹਾਰਾਜ ਜਦੋਂ ਮੈਂ ਗਿਆ ਵਾਂ, ਬਰਤਨ ਨੂੰ ਵੀ ਸਾਫ ਕੀਤਾ, ਮਾਂਜਿਆ, ਫਿਰ ਜਲ ਭਰਿਆ। ਮਹਾਰਾਜ ਆਪਣੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਮਾਂਜਿਆ ਸੀ ਮੈਂ, ਇਹ ਜਲ ਸਾਫ ਆ। ਗੁਰੂ ਸਾਹਿਬ ਨੇ ਜਦੋਂ ਇਹਦੀ ਇਹ ਗੱਲ ਸੁਣੀ ਤੇ ਮਹਾਰਾਜ ਨੇ ਉਹਨੂੰ ਮੁੱਦਾ ਕਰ ਦਿੱਤਾ, ਜਲ ਡੋਲ ਦਿੱਤਾ, ਉਹ ਸਾਰਾ ਪਾਣੀ ਜ਼ਮੀਨ ਤੇ ਪਿਆਰੋ ਰੁੜ ਗਿਆ। ਸਿੱਖ ਬੜਾ ਹੈਰਾਨਿਆ ਗਿਆ ਕਿ ਮਹਾਰਾਜ ਨੇ ਇੱਦਾਂ ਕਿਉਂ ਕੀਤਾ। ਪਾਤਸ਼ਾਹ ਕੁਝ ਸੀ ਪਾਣੀ ਵਿੱਚ? ਮਹਾਰਾਜ ਕਹਿਣ ਲੱਗੇ, ਪਾਣੀ ਵਿੱਚ ਤੇ ਨਹੀਂ, ਪਰ ਤੇਰੇ ਵਿੱਚ ਕੁਝ ਹੈਗਾ। ਗੁਰੂ ਸਾਹਿਬ ਜੀ, ਮੇਰੇ ਵਿੱਚ ਕੀ ਹੈ? ਪਿਆਰੇ, ਜਦੋਂ ਨਾ ਅਸੀਂ ਪੜ੍ਹਦੇ ਹੁੰਦੇ ਸਾਂ ਨਾ ਸਕੂਲ ਦੇ ਵਿੱਚ, ਉਦੋਂ ਵੀ ਸਾਨੂੰ ਇੱਦਾਂ ਦੀ ਇੱਕ ਕਿਤਾਬ ਲੱਗੀ। ਕਿਤੇ ਸਕੂਲ ਦੇ ਵਿੱਚ ਨਾ ਕੁਝ ਮੰਤਰੀਆਂ ਨੇ ਆਉਣਾ ਸੀ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਸ ਵੀ ਲੜਕੀ ਦੇ ਹੱਥ ਸਭ ਤੋਂ ਜ਼ਿਆਦਾ ਸਾਫ ਹੋਏ ਨਾ, ਸਫਾਈ ਜਿਹਨੇ ਸਭ ਤੋਂ ਜ਼ਿਆਦਾ ਰੱਖੀ ਹੋਈ, ਉਹਨੂੰ ਇਨਾਮ ਮਿਲੇਗਾ। ਉਹ ਪੜ੍ਹਿਆ ਸੀ ਪਾਠ ਜਿਹੜਾ ਸੀ ਬਚਪਨ ਦੇ ਵਿੱਚ। ਲੜਕੀਆਂ ਘਰਾਂ ਨੂੰ ਚਲੀਆਂ ਗਈਆਂ, ਕੱਲ੍ਹ ਨੂੰ ਪ੍ਰੋਗਰਾਮ ਹੈ, ਮੰਤਰੀ ਨੇ ਆਉਣਾ। ਬੜਾ ਸਾਬਣਾ ਲਾ ਕੇ, ਮਿੱਟੀ ਲਾ ਕੇ, ਕੂਚ ਕੇ ਹੱਥਾਂ ਨੂੰ ਮਾਂਜਿਆ, ਬੜਾ ਸਾਫ ਕੀਤਾ। ਕਿਸੇ ਨੇ ਨਹੁੰ ਪਾਲਿਸ਼ ਲਾ ਲਈ, ਕਿਸੇ ਨੇ ਕੋਈ ਤਰੀਕੇ ਨਾਲ ਹੱਥਾਂ ਨੂੰ ਸਵਾਰ ਲਿਆ। ਪਰ ਜਦੋਂ ਨਾ ਉਹ ਅਗਲੇ ਦਿਨ ਜਦੋਂ ਗਏ, ਹੱਥ ਉਹਨਾਂ ਦੇ ਚੈੱਕ ਕੀਤੇ ਜਾਂਦੇ, ਉਹਨਾਂ ਬੱਚੀਆਂ ਦੇ, ਜਦੋਂ ਛੋਟੀਆਂ ਬੱਚੀਆਂ ਨੇ, ਉਹਨਾਂ ਦੇ ਹੱਥ ਜਦੋਂ ਚੈੱਕ ਕੀਤੇ ਗਏ, ਸਾਰਿਆਂ ਨੇ ਹੱਥ ਬੜੇ ਸਾਫ ਕੀਤੇ, ਬੜੇ ਸਜਾਏ, ਹੱਥਾਂ ਨੂੰ ਸਜਾਇਆ। ਇੱਕ ਬੱਚੀ ਐਸੀ ਸੀ ਪਿਆਰਿਓ, ਜਿਹਦੇ ਹੱਥਾਂ ਦੇ ਨਹੁੰ ਜਿਹੜੇ ਨੇ ਨਾ, ਨਹੁੰਾਂ ਦੇ ਵਿੱਚ ਆਟਾ ਫਸਿਆ ਹੋਇਆ ਸੀ। ਪੁੱਛਿਆ, ਤੇਰੇ ਹੱਥਾਂ ਦੇ ਵਿੱਚ ਆਟਾ ਕਿੱਥੋਂ? ਕਹਿਣ ਲੱਗੀ, ਜੀ ਮੈਂ ਸਵੇਰੇ ਰੋਟੀ ਜਦੋਂ ਪਕਾਉਣੀ ਸੀ ਤੇ ਆਟਾ ਗੁੰਨਿਆ ਤੇ ਮੈਂ ਲੇਟ ਹੁੰਦੀ ਸਾਂ ਤੇ ਕਾਹਲੀ ਨਾਲ ਮੈਂ ਹੱਥ ਧੋਤੇ ਆ ਤੇ ਇਸ ਕਰਕੇ ਆਟਾ ਥੋੜ੍ਹਾ ਜਿਹਾ ਰਹਿ ਗਿਆ।
ਉਹਨਾਂ ਉਸ ਬੱਚੀ ਨੂੰ ਨਾਲ ਖੜਿਆ ਸਟੇਜ ਦੇ ਉੱਪਰ, ਉਹਨੂੰ ਇਨਾਮ ਦੇ ਦਿੱਤਾ। ਕਹਿਣ ਲੱਗੇ ਅਸਲ ਦੇ ਵਿੱਚ ਆ ਹੈ ਸਫਾਈ, ਜਿਹੜੀ ਆਪਣੇ ਘਰ ਦੇ ਕੰਮ ਕਾਜ ਕਰਨੇ, ਹੱਥੀਂ ਕਿਰਤ ਕਰਨੀ, ਇਹਨੂੰ ਸਫਾਈ ਕਹਿੰਦੇ ਨੇ। ਉਹ ਕੀ ਸਫਾਈ ਹੋਈ ਜਿਹੜੇ ਹੱਥਾਂ ਨੂੰ ਸਾਫ਼ ਰੱਖਿਆ, ਕੰਮ ਕੋਈ ਨਾ ਕੀਤਾ। ਸੋ ਇਦਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਾਣੀ ਵਿੱਚ ਕੋਈ ਕਮੀ ਨਹੀਂ, ਕਮੀ ਤੇਰੇ ਵਿੱਚ ਆ ਸਿੱਖਾ। ਬੜਾ ਹੈਰਾਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ, ਕਹਿਣ ਲੱਗੇ ਜਿਹੜੇ ਹੱਥ ਕੰਮ ਕਾਜ ਵਾਸਤੇ ਰੱਬ ਨੇ ਦਿੱਤੇ ਆ, ਉਹਨਾਂ ਨੂੰ ਇਦਾਂ ਵਿਹਲਿਆਂ ਕਿਉਂ ਰੱਖਣਾ? ਹੱਥੀਂ ਕੰਮ ਕਾਜ ਕਰਿਆ ਕਰ, ਸੇਵਾ ਦੇ ਵਿੱਚ ਜੁੜਿਆ ਕਰ, ਸੰਗਤਾਂ ਦੀ ਲੋੜਵੰਦਾਂ ਦੀ ਸੇਵਾ ਕਰ ਲਿਆ ਕਰ। ਮੰਨਿਆ ਤੇਰੇ ਕੋਲ ਮਾਇਆ ਬਹੁਤ ਆ ਤੁਹਾਡੇ ਘਰ ਦੇ ਵਿੱਚ, ਤੂੰ ਗੁਰ ਸੰਗਤ ਦੀ ਸੇਵਾ ਕਰ ਸਕਦਾ, ਜਿਹੜਾ ਕੋਈ ਨਾਮ ਸਿਮਰਦਾ ਉਹਦੀ ਤੂੰ ਸੇਵਾ ਕਰ ਸਕਦਾ। ਇੱਥੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਨੂੰ ਨਾਲ ਲੈ ਜਾਂਦੇ ਸੀ ਰਾਤ ਨੂੰ। ਤੇ ਪਿਆਰਿਓ, ਜਿਹੜੀ ਸੰਗਤ ਬੁੱਢੇ ਆਏ ਹੁੰਦੇ ਸੀ ਨਾ, ਬਜ਼ੁਰਗ, ਉਹ ਥੱਕੇ ਹੁੰਦੇ ਸੀ, ਪੈਦਲ ਦਾ ਸਮਾਂ ਸੀ, ਉਦੋਂ ਪੈਦਲ ਆਉਣਾ ਜਾਣਾ ਹੁੰਦਾ ਸੀ, ਤੇ ਮਹਾਰਾਜ ਨੇ ਨਾਲ ਲੈ ਕੇ ਜਾਣਾ ਉਹਨਾਂ ਦੇ ਲੱਤਾਂ ਘੁੱਟਣੀਆਂ ਜਾ ਕੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਜੋੜੇ ਵੀ ਸਾਫ਼ ਕਰਦੇ ਨੇ, ਤੇ ਬਾਣੀ ਵਿੱਚ ਸ਼ਬਦ ਵੀ ਦਰਜ ਕੀਤਾ, ਗੁਰ ਸਿੱਖਾਂ ਕੀ ਹਰ ਧੂੜ ਦੇ। ਇਹ ਗੁਰੂ ਸਾਹਿਬ ਨੇ ਆਖਿਆ ਕਿ ਵਾਹਿਗੁਰੂ, ਗੁਰੂ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਧੂੜ ਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਜੇ ਆਪ ਸਤਿਗੁਰੂ ਜੀ ਪਿਆਰਿਓ ਹੱਥੀਂ ਸੇਵਾ ਕਰ ਸਕਦੇ ਆ, ਆਪ ਮਹਾਰਾਜ ਸੇਵਾ ਕਰਦੇ ਆ, ਤੇ ਗੁਰੂ ਦਾ ਸਿੱਖ ਕਿਉਂ ਨਾ ਸੇਵਾਦਾਰ ਹੋਵੇ? ਗੁਰੂ ਦਾ ਸਿੱਖ ਜਿਹੜਾ ਉਹ ਕਿਉਂ ਨਾ ਸੇਵਾ ਕਰੇ? ਮਹਾਰਾਜ ਕਹਿਣ ਲੱਗੇ ਹੱਥ ਰੱਬ ਨੇ ਦਿੱਤੇ ਕੰਮ ਕਾਜ ਵਾਸਤੇ, ਕਿਰਤ ਵਿਰਤ ਕਰ ਧਰਮ ਦੀ ਕਿਰਤ ਵਿਰਤ ਕਰਨੀ ਚਾਹੀਦੀ। ਇਹਨਾਂ ਦੇ ਨਾਲ ਆਪਣੇ ਹੱਥਾਂ ਨਾਲ ਕੰਮ ਕਾਜ ਕਰਿਆ ਕਰ ਸਿੱਖਾ। ਇਹਨਾਂ ਹੱਥਾਂ ਨੇ ਇੱਕ ਦਿਨ ਖਤਮ ਹੋ ਜਾਣਾ, ਇੱਕ ਦਿਨ ਇਹਨਾਂ ਦੇ ਵਿੱਚ ਤਾਕਤ ਨਹੀਂ ਰਹਿਣੀ। ਸੋ ਜਿੰਨਾ ਚਿਰ ਇਹਨਾਂ ਵਿੱਚ ਬਲ ਹੈ, ਇਹਨਾਂ ਦੇ ਨਾਲ ਸੇਵਾ ਸਿਮਰਨ ਕਰਿਆ ਕਰ। ਬੜਾ ਸ਼ਰਮਿੰਦਾ ਹੋਇਆ, ਸੋਚਦਾ ਬੜੀ ਟੋਰ ਦੇ ਨਾਲ ਮੈਂ ਅੱਗੇ ਸਿੱਖਾਂ ਵਿੱਚ ਸੰਗਤਾਂ ਵਿੱਚ ਇੱਥੇ ਵਿਚਰਦਾ ਸਾਂ ਅਨੰਦਪੁਰ ਸਾਹਿਬ, ਇੱਥੇ ਤੇ ਮੇਰੀ ਬੇਇੱਜ਼ਤੀ ਹੋ ਗਈ, ਹੁਣ ਕਿਵੇਂ ਜਾਵਾਂਗਾ ਸੰਗਤਾਂ ਵਿੱਚ, ਕਿਵੇਂ ਲੰਘਾਂਗਾ? ਗੁਰੂ ਸਾਹਿਬ ਦੇ ਅੰਤਰਜਾਮੀ ਮੈਂ ਬੇਨਤੀ ਕਰਦਾ ਸਾਂ ਕੱਲ੍ਹ ਵੀ ਕਿ ਮਹਾਰਾਜ ਤੋਂ ਕੁਝ ਨਹੀਂ ਲੁਕਦਾ, ਸਾਡੇ ਅੰਦਰਾਂ ਦੀ ਜਾਣੀ ਜਾਂਦੇ ਨਾਲੋਂ ਨਾਲ ਹੀ। ਅਜੇ ਆਪਾਂ ਕਹਿਣਾ ਹੁੰਦਾ, ਕਹਿਣ ਤੋਂ ਪਹਿਲਾਂ ਅਜੇ ਮੂੰਹ ਵਿੱਚ ਸ਼ਬਦ ਹੁੰਦੇ ਨੇ, ਸ਼ਬਦ ਤੋਂ ਪਹਿਲਾਂ ਫੁਰਨਾ ਹੁੰਦਾ ਏ। ਫੁਰਨੇ ਤੋਂ ਪਹਿਲਾਂ ਹੀ ਉਹ ਜਾਣਦਾ ਕਿ ਇਹਦੇ ਅੰਦਰ ਆ ਫੁਰਨਾ ਆਉਣਾ ਤੇ ਇਹਨੇ ਕੁਝ ਕਹਿਣਾ, ਉਹ ਪਹਿਲਾਂ ਹੀ ਜਾਣਦਾ ਸਭ ਕੁਝ। ਜਦੋਂ ਇਹ ਸੋਚਦਾ ਸੀ ਇੱਦਾਂ ਕਿ ਮੈਂ ਕਿਵੇਂ ਵਿਚਰਾਂਗਾ ਸੰਗਤਾਂ ਵਿੱਚ, ਮੇਰੀ ਤਾਂ ਬੇਇੱਜ਼ਤੀ ਹੋ ਗਈ। ਗੁਰੂ ਸਾਹਿਬ ਕਹਿਣ ਲੱਗੇ ਸਿੱਖਾ, ਤੇਰੇ ਸਿਮਰਨ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਤੇਰੇ ਸੁਭਾਅ ਦੇ ਵਿੱਚ ਕਮੀ ਨਹੀਂ ਕਿ ਤੇਰਾ ਸੁਭਾਅ ਮਾੜਾ। ਮਾਰ ਕਹਿੰਦੇ ਤੇਰਾ ਸੁਭਾਅ ਬੜਾ ਚੰਗਾ ਹੈ, ਸਿਮਰਨ ਵਿੱਚ ਤੂੰ ਕਰਦਾ। ਪਰ ਗੁਰੂ ਜੀ ਕਹਿਣ ਲੱਗੇ ਜਿੱਥੇ ਸੇਵਾ ਕਰਦਾ ਹਿਰਦੇ ਨੂੰ ਸਾਫ਼ ਕਰਨ ਵਾਸਤੇ ਸਿਮਰਨ, ਜਿੱਥੇ ਸਿਮਰਨ ਕਰਦਾ ਹਿਰਦੇ ਨੂੰ ਸਾਫ਼ ਕਰਨ ਵਾਸਤੇ ਸੇਵਾ ਵੀ ਕਰਿਆ ਕਰ। ਮਾਰ ਕਹਿੰਦੇ ਜਦੋਂ ਤੂੰ ਸੇਵਾ ਕਰੇਗਾ ਤੇਰਾ ਹਿਰਦਾ ਨਿਰਮਲ ਹੋ ਜਾਏਗਾ, ਹਿਰਦਾ ਸਾਫ਼ ਹੋ ਜਾਏਗਾ, ਤੇ ਫਿਰ ਇਹਦੇ ਵਿੱਚ ਨਾਮ ਦਾ ਨਿਵਾਸ ਹੋਵੇਗਾ। ਇਸ ਕਰਕੇ ਗੁਰੂ ਜੀ ਕਹਿਣ ਲੱਗੇ ਤੂੰ, ਤੇਰੇ ਵਿੱਚ ਕਮੀ ਹੋਰ ਕੋਈ ਨਹੀਂ, ਤੂੰ ਹੋਰ ਸਭ ਤਰ੍ਹਾਂ ਤੋਂ ਸਿੱਖਿਆ ਚੰਗਾ ਆ। ਪਰ ਗੁਰੂ ਸਾਹਿਬ ਕਹਿਣ ਲੱਗੇ ਇਸ ਗੱਲ ਦੀ ਹਉਮੈ ਆ ਜਾਂਦੀ ਕਿ ਮੈਂ ਬੜਾ ਸਾਫ਼ ਕੱਪੜੇ ਪਾਏ ਨੇ, ਮੈਂ ਬੜੇ ਹੱਥ ਬੜੇ ਸਾਫ਼ ਸੁਥਰੇ ਰੱਖਦਾ, ਮੈਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ। ਮਹਾਰਾਜ ਕਹਿੰਦੇ ਵੀ ਹਉਮੈ ਹੰਗਤਾ ਦੀ ਨਿਸ਼ਾਨੀ ਹੈ, ਤੇ ਜਿੱਥੇ ਹਉਮੈ ਹੋਵੇ, ਜਿੱਥੇ ਮੈਂ ਆ ਜਾਂਦੀ ਹੈ, ਮੈਂ ਕੁਝ ਹਾਂ, ਮਹਾਰਾਜ ਕਹਿੰਦੇ ਉੱਥੇ ਪਰਮਾਤਮਾ ਦਾ ਵਾਸ ਨਹੀਂ ਹੁੰਦਾ। ਇਸ ਕਰਕੇ ਗੁਰੂ ਸਾਹਿਬ ਕਹਿਣ ਲੱਗੇ ਹੱਥੀਂ ਕਿਰਤ ਕਰਿਆ ਕਰ, ਸਾਫ਼ ਰੱਖਿਆ ਕਰੋ ਤਨ ਨੂੰ, ਪਰ ਮਨ ਨੂੰ ਵੀ ਸਾਫ਼ ਰੱਖੋ। ਪਰ ਗੁਰੂ ਸਾਹਿਬ ਕਹਿਣ ਲੱਗੇ ਇਸ ਤਨ ਦੇ ਨਾਲ ਤੇ ਮਨ ਦੇ ਨਾਲ ਤੇ ਧਨ ਦੇ ਨਾਲ ਹਰ ਤਰੀਕੇ ਨਾਲ ਸੇਵਾ ਕਰਨੀ ਚਾਹੀਦੀ। ਜਿਵੇਂ ਗੁਰਬਾਣੀ ਵਿੱਚ ਫਰਮਾਉਂਦੇ ਅਨੇਕ ਭਾਂਤ ਕਰ ਸੇਵਾ ਕਰੀਏ, ਜੀਓ ਪ੍ਰਾਨ ਧਨ ਆਗਿਆ ਧਰੀਏ। ਹੱਥਾਂ ਦੇ ਨਾਲ ਵੀ ਸਤਿਗੁਰੂ ਕਹਿੰਦੇ ਸੇਵਾ ਕਰਨੀ ਹੈ। ਜਿੱਥੇ ਤੂੰ ਆਪਣੇ ਇਸ ਆਤਮਾ ਨੂੰ ਪਵਿੱਤਰ ਕਰਦਾ ਨਾ ਬਾਣੀ ਦੇ ਨਾਲ ਸਿੱਖਾ, ਇਹਨਾਂ ਹੱਥਾਂ ਨੂੰ ਪਵਿੱਤਰ ਕਰਿਆ ਕਰ ਸੇਵਾ ਦੇ ਨਾਲ। ਜਿੱਥੇ ਤੂੰ ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਆਉਂਦਾ, ਪੈਰ ਸਫਲੇ ਹੁੰਦੇ ਨੇ, ਹੱਥਾਂ ਨਾਲ ਸੇਵਾ ਕਰੇਗਾ ਹੱਥ ਸਫਲੇ ਹੋਣਗੇ। ਅੱਖਾਂ ਨਾਲ ਦਰਸ਼ਨ ਕਰਦੇ ਆ, ਅੱਖਾਂ ਵੀ ਸਫਲ ਹੋਣਗੀਆਂ। ਇੱਥੇ ਤੇ ਮਹਾਰਾਜ ਕਹਿੰਦੇ ਤੂੰ ਆਪਣੇ ਅੰਗ ਨੂੰ, ਪੂਰੇ ਤਨ ਨੂੰ ਸਫਲ ਕਰ ਸਕਦਾ ਹੈ ਜਦੋਂ ਤੂੰ ਗੁਰਮਤਿ ਦਾ ਧਾਰਨੀ ਹੋ ਜਾਵੇਂਗਾ। ਤੇ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗੁਰੂ ਗਰੀਬ ਨਿਵਾਜ ਦਾਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ ਇਹਨੂੰ। ਜਿਵੇਂ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ
ਆਪਾਂ ਸਾਰੇ ਪੜ੍ਹਦੇ ਸੁਣਦੇ ਆ। ਉੱਥੇ ਵੀ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਇਹ ਸਰਵਣੋ ਮੇਰੇ ਹੋ ਸਾਚੈ ਸੋਨੈ ਨੂੰ ਪਠਾਏ। ਇਹ ਸਰੀਰਾ ਮੇਰਿਆ, ਆਪਣੇ ਸਰੀਰ ਨੂੰ ਵੀ ਆਖਿਆ, ਆਪਣੇ ਨੇਤਰਾਂ ਨੂੰ ਵੀ ਆਖਿਆ, ਆਪਣੇ ਇਹਨਾਂ ਕੰਨਾਂ ਨੂੰ ਵੀ ਆਖਿਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮਨ ਨੂੰ ਵੀ ਆਖ ਦਿੱਤਾ। ਇੱਥੇ ਗੁਰੂ ਸਾਹਿਬ ਕਹਿੰਦੇ ਸਰੀਰ ਨੂੰ ਵੀ ਕਹਿਣਾ ਹੈ। ਮਨ ਤੋਂ ਇਹ ਮਨ ਨੂੰ ਆਖਦੇ ਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣੇ ਮਨਾ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਥੇ ਆਪਣੇ ਨੇਤਰਾਂ ਨੂੰ ਵੀ ਆਖਿਆ ਕਰੇ, ਨੇਤਰੋ ਮੇਰੇ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸਰਵਣੋ ਮੇਰੇ ਹੋ ਸਾਚੈ ਸੋਨੈ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਏ। ਰਸਨਾ ਰਸ ਸਮਾਣੀ। ਗੁਰੂ ਸਾਹਿਬ ਨੇ ਆਖਿਆ ਸਰੀਰ ਨੂੰ ਵੀ ਕੰਮੇ ਲਾਉਣਾ ਹੈ, ਸਰੀਰ ਨੂੰ ਵੀ ਇਸ ਪਾਸੇ ਲਾਉਣਾ। ਸੋ ਗਰੀਬ ਨਿਵਾਜ ਦਾਤਾ ਜੀ ਮਿਹਰ ਕਰਨ। ਸਤਿਗੁਰਾਂ ਨੇ ਅੱਜ ਦੇ ਵਿਚਾਰ ਵਿੱਚ ਸਾਨੂੰ ਇਹ ਸਮਝਾਇਆ ਕਿ ਹੱਥਾਂ ਪੈਰਾਂ ਦੇ ਨਾਲ ਕਿਰਤ ਵਿਰਤ ਵੀ ਧਰਮ ਦੀ ਕਰਨੀ। ਜਿੱਥੇ ਬਾਣੀ ਪੜ੍ਹਨੀ ਆ ਤਾਂ ਹੀ ਕਈ ਵਿਦਵਾਨ ਕਹਿ ਦਿੰਦੇ ਨਿਰੇ ਸਾਧੂ ਬਣ ਬਣ, ਸੰਤ ਬਣ ਬਣ ਕੇ ਨਹੀਂ ਬਹਿਣਾ। ਉਹਦੇ ਨਾਲ ਬੋਝ ਬਣੇਗਾ ਦੁਨੀਆ ਦੇ, ਪਰ ਸਗੋਂ ਤੂੰ ਆਪਣੇ ਹੱਥੀਂ ਵੀ ਕੰਮ ਕਾਜ ਕਰਿਆ ਕਰ। ਹੱਥੀਂ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣੈ ਸੇ। ਆਪਣ ਘਾਲ ਨਾ ਘਾਲ ਕੇ ਹੱਥੀਂ ਕਿਰਤ ਵਿਰਤ ਕਰਿਆ ਕਰ। ਸੋ ਵਾਰ-ਵਾਰ ਇਹ ਗੁਰੂ ਸਾਹਿਬ ਸਮਝਾਉਂਦੇ ਆ ਕਿ ਦੋ ਜਿਹੜੇ ਬੰਨ ਲੱਗੇ ਨੇ, ਇੱਕ ਸੇਵਾ ਦਾ ਤੇ ਸਿਮਰਨ ਦਾ, ਕੋਈ ਵੀ ਟੁੱਟਣਾ ਨਹੀਂ ਚਾਹੀਦਾ। ਨਾ ਸਿਮਰਨ ਘਟੇ ਨਾ ਸੇਵਾ ਘਟੇ, ਦੋਨੋਂ ਬੰਨ ਲੱਗੇ ਰਹਿਣੇ ਚਾਹੀਦੇ, ਜਿਹਦੇ ਨਾਲ ਜ਼ਿੰਦਗੀ ਜਿਹੜੀ ਸਿੱਧੀ ਤੁਰਦੀ ਜਾਵੇਗੀ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ